ਬੇਅੰਤ ਕੌਰ ਕੈਨੇਡਾ ਦੇ ਨਾਂ ਤੋਂ ਹੀ ਜਾਣਦੇ ਪਏ ਨੇ ਪੰਜਾਬੀ ਹੁਣ, ਜਾਂ ਲਵਪ੍ਰੀਤ ਦੀ ਵਾਈਫ ਦੇ ਬਾਰੇ ਤੋਂ ਵੀ ਜਾਣਦੇ ਪਏ ਨੇ, ਜਾਂ ਹੋਰ ਵੀ ਕਈ ਚੀਜ਼ਾਂ ਕਈ ਤਰ੍ਹਾਂ ਦੇ ਉਹਨੂੰ ਟਾਈਟਲ ਕਈ ਤਰ੍ਹਾਂ ਦੇ ਨਾਮ ਦੇ ਕੇ ਬੁਲਾ ਰਹੇ ਨੇ ਲੋਕ ਕਮੈਂਟਾਂ ਦੇ ਵਿੱਚ। ਸਿਰਫ ਸਿੰਗਲ ਗੱਲ ਹੋਈ ਹੈ ਮੇਰੀ ਭਤੀਜੀ ਨਾਲ, ਉਹਦੀ ਰਿਕਾਰਡਿੰਗ ਸਾਡੇ ਕੋਲੇ ਪਈ ਆ, ਉਹ 'ਚ ਵੀ ਉਹਨੇ ਕੋਈ ਰੰਗ ਨਹੀਂ ਲਾਏ ਹੋਏ ਬੋਲਣ ਲੱਗੀ ਨੇ। ਉਹ 'ਚ ਮੇਰੀ ਭਤੀਜੀ ਨੇ ਉਹਨੂੰ ਕਲੀਅਰ ਕਿਹਾ ਵੀ ਭਾਈ ਜੇ ਤੇਰੀ ਕੋਈ ਗਲਤੀ ਸਾਨੂੰ ਦੱਸ ਦਿੰਦੀ, ਕੋਈ ਤੂੰ ਇੰਡੀਆ ਆ ਜਾਂਦੀ, ਆਪਾਂ ਬਹਿ ਕੇ ਨਿਮੇੜ ਲੈਂਦੇ। ਉਹਨੇ ਕਿਸੇ ਗੱਲ ਨੂੰ ਕੇ ਬਸ ਰੋਈ ਗਈ ਜਾਂ ਰੋਈ ਜਾਂਦੀ ਉਹਦੇ ਵਿੱਚ, ਜਾਂ ਹਾਂਜੀ ਹੂੰ ਜੀ ਬਸ ਐਂ ਕਰੀ ਜਾਂਦੀ। ਇੱਥੇ ਵੀ ਉਹ ਖੁੱਲ੍ਹ ਕੇ ਨਹੀਂ ਬੋਲੀ ਵੀ ਮੈਂ ਉਹਨੂੰ ਬੁਲਾਉਣਾ ਸੀ ਵੀ ਨਹੀਂ ਇਹ ਲਾਡੀ ਗਲਤ ਕਦਮ ਚੱਕ ਗਿਆ, ਵੀ ਮੈਂ ਲਾਡੀ ਖਾਤਰ ਸਟੈਂਡ ਕਰਦੀ ਸੀ, ਕੁਛ ਨਹੀਂ ਕਿਹਾ ਉਹਦਾ। ਕਈ ਤਰ੍ਹਾਂ ਦੇ ਉਹਨੂੰ ਟਾਈਟਲ ਕਈ ਤਰ੍ਹਾਂ ਦੇ ਨਾਮ ਦੇ ਕੇ ਬੁਲਾ ਰਹੇ ਨੇ ਲੋਕ ਕਮੈਂਟਾਂ ਦੇ ਵਿੱਚ, ਬਹੁਤ ਮੰਦੀ ਭਾਸ਼ਾ ਯੂਜ਼ ਕਰ ਰਹੇ ਨੇ। ਹਰ ਇੱਕ ਬੰਦਾ ਹੀ ਇਹ ਸੋਚ ਰਿਹਾ ਕਿ ਉਹਨੂੰ ਕੁਛ ਕਹਿਣ ਦਾ ਫਰਜ਼ ਹੈ, ਇਸ ਮਾਮਲੇ 'ਚ ਉਹਨੂੰ ਕੁਛ ਨਾ ਕੁਛ ਕਹਿਣ ਦਾ ਉਹਦਾ ਬਣਦਾ ਹੈ। ਜਿਹੜੀ ਚੀਜ਼ ਨੂੰ ਭੁੱਲ ਰਹੇ ਨੇ ਲੋਕ ਉਹ ਇਹ ਕਿ ਇਹਦੇ ਥੱਲੇ, ਇਸ ਕੇਸ ਦੇ ਥੱਲੇ ਇਹਨੇ ਲੋਕ ਕਿਉਂ ਇਸ ਬਾਰੇ ਕਮੈਂਟ ਕਰਨਾ ਚਾਹੁੰਦੇ ਨੇ ਜਾਂ ਇਸ ਬਾਰੇ ਕਿਉਂ ਆਪਣੇ ਵਿਚਾਰ ਦੇਣਾ ਚਾਹੁੰਦੇ ਨੇ, ਕਿਉਂਕਿ ਇਹ ਅੰਡਰਲਾਈਨ ਇਸ਼ੂ ਪੰਜਾਬ ਦੇ ਵਿੱਚ ਪਿਛਲੇ ਕੋਈ 10-15 ਸਾਲਾਂ ਤੋਂ ਬਹੁਤ ਹੀ ਹਾਈ ਲੈਵਲ ਤੇ ਚੱਲ ਰਿਹਾ ਪ੍ਰੋਸੈਸ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ, ਤੇ ਜਿਹੜੀਆਂ ਓਪਰਚੁਨਿਟੀਜ਼ ਨੇ ਪੰਜਾਬ ਦੇ ਵਿੱਚ, ਜੋ ਉੱਥੋਂ ਦੀ ਜ਼ਮੀਨ, ਉੱਥੋਂ ਦੀ ਫਸਲ, ਉੱਥੋਂ ਦੇ ਕਿਸਾਨ ਤੇ ਅਨਇੰਪਲੋਇਮੈਂਟ ਤੇ ਨੌਕਰੀਆਂ ਤੋਂ ਮਾਰੀ ਹੋਈ, ਸਤਾਈ ਹੋਈ ਜਨਤਾ ਜਦੋਂ ਆਪਣਾ ਫਾਈਨੈਂਸ਼ੀਅਲ ਫਿਊਚਰ ਡਿਜ਼ਾਈਨ ਕਰਨ ਵਾਸਤੇ ਜੋ ਵੀ ਉਹਦੇ ਕੋਲ ਸੋਰਸਿਸ ਹੈਗੇ ਨੇ ਉਹਨਾਂ ਨੂੰ ਐਕਸਪਲੋਰ ਕਰਦੀ ਹੈ, ਤਾਂ ਉਹਦੇ ਵਿੱਚ ਇੱਕ ਜਿਹੜੀ ਆਪਸ਼ਨ ਹੈ ਉਹ ਹਮੇਸ਼ਾ ਤੋਂ ਹੀ ਲੂਕਰੇਟਿਵ, ਈਜ਼ੀ, ਘੱਟ ਐਫਰਟਸ ਨਾਲ ਜਿਹਨੂੰ ਐਕਸਪਲੋਰ ਕੀਤਾ ਜਾ ਸਕਦਾ, ਜਿਹਨੂੰ ਐਕਸਪਲੋਰ ਕੀਤਾ ਜਾ ਸਕਦਾ, ਜਿਸ ਆਪਸ਼ਨ ਨੂੰ ਤੇ ਉੱਤੇ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ, ਉਹ ਹੈਗੀ ਹੈ ਕਿ ਮੈਰਿਜ ਦੇ ਬੇਸ ਤੇ ਜਾਂ ਸਪਾਂਸਰਸ਼ਿਪ ਦੇ ਬੇਸ ਤੇ ਜਾਂ ਸਪਾਊਸ ਦੇ ਬੇਸ ਤੇ ਵਿਦੇਸ਼ਾਂ ਵਿੱਚ ਜਾਣਾ। ਬਲਵੰਤ ਸਿੰਘ ਰਾਮੂਵਾਲੀਆ ਜੀ ਨੇ ਕੁਝ ਚਿਰ ਪਹਿਲਾਂ ਇੱਕ ਅਭਿਆਨ ਚਲਾਇਆ ਸੀ, ਜਿਹੜੀਆਂ ਔਰਤਾਂ ਨੂੰ ਉਹਨਾਂ ਦੇ ਹਸਬੈਂਡ ਛੱਡ ਗਏ ਸੀ। ਇਹ ਵੀ ਲਿਸਟ ਬਣੀ ਸੀ, ਬਹੁਤ ਵੱਡੀ ਚੌੜੀ ਲੰਬੀ ਚੌੜੀ ਇੱਕ ਲਿਸਟ ਬਣੀ ਸੀ ਜਿੱਥੇ ਲਾੜੇ ਭੱਜ ਗਏ ਸੀ, ਔਰ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ, ਇਫ ਆਮ ਨਾਟ ਰੋਂਗ that list was about 50,000 to 70,000 women, give and take. Official record ਦੇ ਵਿੱਚ ਸ਼ਾਇਦ 10-12-20,000 ਸੀ, ਸ਼ਾਇਦ ਉਹ ਕਹਿੰਦੇ ਸੀ ਕਿ ਲਿਸਟ ਜਿਹੜੀ ਹੈਗੀ 50,000 ਤੱਕ ਦੀ ਲੇਡੀਜ਼ ਹੈਗੀਆਂ ਜਿਹੜੀਆਂ ਕਿ ਉਹਨਾਂ ਦੇ ਲਾੜੇ ਵੀ ਨਹੀਂ ਮੁੜੇ ਵਾਪਸ। ਇਹ ਹੋਇਆ ਪਿਛਲੇ ਸਮਝ ਲਓ ਕਿ 95 ਤੋਂ ਲੈ ਕੇ ਤੇ 2005-7 ਤੱਕ ਜ਼ਿਆਦਾ, ਜਾਂ ਸਮਝ ਲਓ ਕਿ 90 ਤੋਂ ਲੈ ਕੇ ਤੇ 2005 ਤੱਕ। ਉਸ ਤੋਂ ਬਾਅਦ ਹੁਣ 2005 ਤੋਂ ਬਾਅਦ ਅਗਲੀ ਜਿਹੜੀ ਜਨਰੇਸ਼ਨ ਆ ਉਹਦੇ ਵਿੱਚ ਹੁਣ ਲੋਕ ਇਸ ਤਰ੍ਹਾਂ ਦੇ ਰੈਟਰਿਕ, ਇਸ ਤਰ੍ਹਾਂ ਦਾ ਨੈਰੇਟਿਵ ਜਿਹੜਾ ਬਣਾ ਕੇ ਪੇਸ਼ ਕਰ ਰਹੇ ਕਿ ਲਾੜੀਆਂ ਭੱਜ ਗਈਆਂ। ਕਮਾਲ ਹੋ ਗਈ ਪੰਜਾਬੀਆਂ ਦੀ, ਜਿਹੜੀ ਰੋੜੇ ਮਾਰਨ ਵਾਲੀ ਪਰੰਪਰਾ ਹੈ, ਲਿੰਚਿੰਗ ਦੀ ਜਿਹੜੀ ਪਰੰਪਰਾ, ਉਹਦੇ ਬਾਰੇ ਚਿੰਤਾ ਦਾ ਵਿਸ਼ੇ ਹੈ ਕਿ ਜਿੰਨੀ ਛੇਤੀ ਅਸੀਂ ਇੱਕ ਲਿੰਚ ਕਰਨਾ ਸ਼ੁਰੂ ਕਰਦੇ ਹਾਂ ਕਿਸੇ ਨੂੰ, ਭਾਵੇਂ ਕਿ ਉਹਦੇ ਨਾਲ ਅਸੀਂ ਸਾਰੇ ਰਿਲੇਟਿਡ ਆ ਉਸ ਮੁੱਦੇ ਦੇ ਨਾਲ, ਔਰ ਬਹੁਤ ਸਾਰੇ ਪਰਿਵਾਰ ਘੱਟੋ ਘੱਟ ਹਰ ਇੱਕ ਨੂੰ ਕੋਈ ਨਾ ਕੋਈ ਇੱਕ ਪਰਿਵਾਰ ਜਾਣਦਾ ਹੈ ਜਿਸ ਵਿੱਚ ਇਹੋ ਜਿਹਾ ਇੱਕ ਜਾਂ ਦੋ ਕੇਸ ਹੈਗੇ ਜਿੱਥੇ ਕੁੜੀ ਜਿਹੜੀ ਹੈ ਉਸਨੇ ਆਇਲਟਸ ਕਰ ਲਿਆ ਤੇ ਉਹ ਵਿਦੇਸ਼ ਚਲੀ ਗਈ ਹੈ, ਉੱਥੋਂ ਉਹਦੀ ਫੀਸ ਜਿਹੜੀ ਹੈ ਉਹਦੇ ਸਹੁਰੇ ਘਰ ਨੇ ਭਰੀ ਹੈ। ਕਈ ਵਾਰੀ ਬਹੁਤੀ ਵਾਰੀ ਮੈਰਿਜ ਕਰਾ ਕੇ ਕੁੜੀਆਂ ਗਈਆਂ ਨੇ, ਬਹੁਤੀ ਵਾਰੀ ਇੰਗੇਜਮੈਂਟ ਕਰਾ ਕੇ ਗਈਆਂ ਨੇ, ਬਹੁਤੀ ਵਾਰੀ ਹੋਰ ਵੀ ਕੰਟਰੈਕਟ ਜਾਂ ਸਮਝ ਲਓ ਕਿ ਕੁਝ ਅਰੇਂਜਮੈਂਟ ਜਾਂ ਕੁਝ ਵੀ ਕਰ ਰਿਹਾ। ਬੇਸਿਕਲੀ ਜਿਹੜੀ ਟਿਪੀਕਲ ਪ੍ਰੋਫਾਈਲ ਹੈ ਉਹਦੀ, ਉਸ ਪਰਿਵਾਰ ਦੀ, ਉਹਦੇ 'ਚ ਹੁੰਦਾ ਕਿ ਕੁੜੀ ਦੇ ਮਾਪਿਆਂ ਕੋਲ ਬਿਲਕੁਲ ਘੱਟ ਰਿਸੋਰਸਿਸ ਹੁੰਦੇ, ਸਾਧਨ ਵਿਹੀਨ ਜਿਹੜੇ ਘਰ ਨੇ ਉਹ, ਇਹ ਮਸਾਂ ਹੀ ਔਖਾ ਸੌਖਾ ਹੋ ਕੇ ਕੁੜੀ ਨੂੰ ਉਹਨਾਂ ਨੇ 12ਵੀਂ ਕਰਾਈ, ਔਰ ਅੱਗੋਂ ਉਸ ਕੁੜੀ ਦਾ ਵੀ ਕੋਈ ਭਵਿੱਖ ਦਾ ਇੰਤਜ਼ਾਮ ਨਹੀਂ ਹੈਗਾ, ਇਸ ਤੋਂ ਇਲਾਵਾ ਕਿ ਕੋਈ ਉਹਨੂੰ ਪੈਸੇ ਲਾ ਕੇ ਸਪਾਂਸਰ ਕਰ ਦੇਵੇ ਤੇ ਉਹ ਬਾਹਰ ਚਲੀ ਜਾਵੇ ਤੇ ਉਹਦੀ ਜ਼ਿੰਦਗੀ ਅੱਗੋਂ ਸੁਧਰ ਜਾਵੇ। ਇਹ ਇੱਕ ਕੁੜੀ ਦਾ ਪਰਿਵਾਰ ਆਮ ਤੌਰ ਤੇ 3 ਜਾਂ 2-3 ਭੈਣ ਭਰਾਵਾਂ ਹੁੰਦੇ ਨੇ, ਤੇ ਉਹ ਬਾਪ ਜਿਹੜਾ ਹੁੰਦਾ ਉਹਦੇ ਕੋਲ ਲਿਮਿਟਿਡ ਰਿਸੋਰਸਿਸ ਹੁੰਦੇ ਆ, ਤੇ ਉਹਨਾਂ ਕੋਲ ਵੀ ਇਹ ਹੁੰਦੀ ਹੈ ਕਿ ਸਾਨੂੰ ਸਾਡੀ ਕੁੜੀ ਨੂੰ ਕੋਈ ਫਾਈਨੈਂਸ਼ਲੀ ਮਦਦ ਕਰੇ। ਦੂਸਰੇ ਪਾਸੇ ਜਿਹੜਾ ਹੈਗਾ ਪਰਿਵਾਰ ਮੁੰਡੇ ਦਾ,
ਉਹਦੇ 'ਚ ਥੋੜ੍ਹੇ ਜਿਹੇ ਰਿਸੋਰਸਿਸ ਵੱਧ ਹੁੰਦੇ ਕੁੜੀ ਨਾਲੋਂ, ਬਹੁਤੇ ਤਾਂ ਜ਼ਿਆਦਾ ਨਹੀਂ, ਥੋੜ੍ਹੇ ਰਿਸੋਰਸਿਸ ਵੱਧ ਹੁੰਦੇ ਨੇ, ਥੋੜ੍ਹਾ ਜਿਹਾ ਐਕਸੈਸ ਹੁੰਦਾ ਹੈ ਜ਼ਮੀਨ ਨੂੰ ਜਾਂ ਪੈਸੇ ਨੂੰ, ਜਾਂ ਜਿੱਥੇ ਕਰਜ਼ਾ ਲਿਆ ਜਾ ਸਕਦਾ ਹੈ। ਉਹਨਾਂ ਦੀ ਕੀ ਆਪਸ਼ਨ ਹੁੰਦੀ ਕਿ ਮੁੰਡੇ ਕੋਲ ਆਇਲਸ ਨਹੀਂ ਪਾਸ ਹੁੰਦਾ ਪਿਆ। ਇਹ ਵੀ ਇੱਕ ਦੇ ਪਿੱਛੇ 30-40 ਸਾਲ ਦੀ ਹਿਸਟਰੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੁੰਡੇ ਨੇ ਜਾਂ ਆਪਣਾ ਪੰਜਾਬੀ ਲੋਕ ਨੇ, ਉਹਨਾਂ ਕੋਲ ਇੰਗਲਿਸ਼ ਕਿਉਂ ਨਹੀਂ ਪਾਸ ਹੁੰਦੀ, ਇੰਗਲਿਸ਼ ਵਿੱਚ ਹੀ ਕਿਉਂ ਹਮੇਸ਼ਾ ਪ੍ਰੋਬਲਮ ਰਹਿੰਦੀ ਹੈ। 30-40 ਸਾਲ ਤੋਂ ਇਹ ਗੱਲ ਚੱਲਦੀ ਪਈ, ਇੰਗਲਿਸ਼ ਸਾਨੂੰ ਜਿਹੜੀ ਸਮਝ ਨਹੀਂ ਆਉਂਦੀ, ਭਾਸ਼ਾ ਸਮਝ ਨਹੀਂ ਆਉਂਦੀ, ਭਾਸ਼ਾ ਦੀ ਉਹ ਸਮਝ ਨਹੀਂ ਬਣਦੀ, ਜਾਂ ਉਸ ਲੈਵਲ ਤੇ ਅਸੀਂ ਉਸ ਇੰਗਲਿਸ਼ ਤੋਂ ਨਾਲ ਕੰਫਰਟੇਬਲ ਨਹੀਂ ਹੋਏ ਜਿੰਨਾ ਅਸੀਂ ਬਾਕੀ ਚੀਜ਼ਾਂ ਨਾਲ ਕੰਫਰਟੇਬਲ ਹੁੰਦੇ। ਔਰ ਬਾਹਰ ਜਾਣ, ਇਹ ਵੀ ਇੱਕ ਅਜੀਬ ਚੀਜ਼ ਹੈ ਕਿ ਬਾਹਰ ਜਾਣ ਤੋਂ ਬਾਅਦ ਸਾਰੇ ਇੰਗਲਿਸ਼ ਬੋਲਦੇ, ਸਾਰੇ ਇੰਗਲਿਸ਼ ਲਿਖਦੇ ਆ, ਸਾਰੇ ਵਧੀਆ ਜੌਬਾਂ ਵੀ ਕਰਦੇ ਆ, ਕੰਮ ਵੀ ਕਰਦੇ ਆ, ਲੇਕਿਨ ਪੰਜਾਬ 'ਚ ਜਦੋਂ ਸ਼ੁਰੂ 'ਚ ਜਦੋਂ ਤੁਸੀਂ ਪੈਰ ਪੁੱਟਣਾ ਹੁੰਦਾ ਉਦੋਂ ਇੰਗਲਿਸ਼ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ। ਹੁਣ ਇਹ ਦੋ ਪਰਿਵਾਰਾਂ ਦੀ ਪ੍ਰੋਫਾਈਲ ਹੈ ਟਿਪੀਕਲ, ਕਿ 5 ਕਿੱਲੇ 6 ਕਿੱਲੇ 7 ਕਿੱਲੇ ਮੁੰਡੇ ਕੋਲ ਹੋਣਗੇ, 10 ਵੀ ਹੋ ਸਕਦੇ, 20 ਵੀ ਹੋ ਸਕਦੇ, ਕਈਆਂ ਕੋਲ 50 ਵੀ ਹੋਣਗੇ। ਜ਼ਿਆਦਾਤਰ 10 20 15 ਕਿੱਲੇ ਵਾਲੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਲੱਗਦਾ ਇਹ ਆਪਸ਼ਨ ਸੌਖਾ। ਫਿਰ ਉਹ ਬਣਦਾ ਹੈ ਕੰਟਰੈਕਟ ਦਾ, ਜਿਹੜਾ ਵਿੱਚੋਂ ਕੋਈ ਰਿਸ਼ਤੇਦਾਰੀ ਹੁੰਦਾ ਆਪਣਾ ਜਿਹੜਾ ਰਿਸ਼ਤਾ ਕਰਾਉਂਦਾ, ਔਰ ਉਹ ਰਿਸ਼ਤੇ ਦੇ ਵਿੱਚ ਆਮ ਤੌਰ ਤੇ ਕੁੜੀਆਂ ਬਹੁਤ ਹੀ ਯੰਗ ਹੁੰਦੀਆਂ। ਮੈਂ ਜਿਹੜੀਆਂ ਵੇਖੀਆਂ ਜ਼ਿਆਦਾ ਪ੍ਰੋਬਲਮ ਜਿਹੜੀ ਆ ਰਹੀ ਹੈ, ਕੁੜੀਆਂ 17 18 19 18 17 16 17 ਸਾਲ 12ਵੀਂ ਪਾਸ ਕਰਦੇ। ਤੁਸੀਂ ਇਹ ਵੇਖੋ ਕਿ 12ਵੀਂ ਦਾ ਬੱਚਾ ਜਿਹੜਾ 12ਵੀਂ 'ਚ ਪੜ੍ਹਦਾ ਪਿਆ, ਉਹਨੂੰ ਕਿੰਨੀ ਸਮਝ ਹੁੰਦੀ ਹੈ ਸਮਾਜ ਬਾਰੇ, ਕਿ ਮੈਰਿਜ ਕੀ ਚੀਜ਼ ਹੈ, ਰਿਲੇਸ਼ਨਸ਼ਿਪ ਕੀ ਚੀਜ਼ ਹੈ, ਰਿਸ਼ਤੇ ਕੀ। ਤੁਸੀਂ ਤੁਰੰਤ ਮੈਰਿਜ ਦੇ ਪ੍ਰੋਸੈਸ ਦੇ ਵਿੱਚ ਪਾ ਦਿੱਤਾ, ਉਸ ਤੋਂ ਬਾਅਦ ਉਹ ਜਿਵੇਂ ਜਿਵੇਂ ਉਹਨੂੰ ਕਹੀ ਗਿਆ ਤੁਸੀਂ ਉਵੇਂ ਕਰ ਰਿਹਾ ਬੱਚਾ। ਹੁਣ ਇਹ ਬੇਅੰਤ ਕੌਰ ਦੀ ਵੀ ਜਿਹੜੀ ਗੱਲ ਹੈ, ਇਹਦੇ 'ਚ ਉਹਨੂੰ ਕਿੰਨੀ ਕੁ ਸਮਝ ਹੋਊਗੀ ਕਿ ਕੀ ਹੋਇਆ। ਇਹਦੀ ਮਾਨਸਿਕ ਸਾਈਡ, ਸੋਸ਼ਲ ਸਾਈਡ, ਫਿਜ਼ੀਕਲ ਸਾਈਡ, ਫਾਈਨੈਂਸ਼ੀਅਲ ਸਾਈਡ ਤੇ ਜਿਹੜੀ ਪੋਲੀਟੀਕਲ ਸਾਈਡ ਹੈ, ਪੰਜੇ ਡਾਇਮੈਂਸ਼ਨ ਵੇਖ ਕੇ ਤੁਸੀਂ ਚੱਲੋ ਕਿ ਉਹਨੂੰ ਕਿੰਨੀ ਕੁ ਸਮਝ ਹੈ ਇਸ ਸਾਰੀ ਚੀਜ਼ ਬਾਰੇ। ਹੁਣ ਵੀ ਜੋ ਹੋ ਰਿਹਾ ਟਰਾਮਾ ਇਜ਼ ਕੰਟੀਨਿਊਇੰਗ, ਉਸ ਪਰਿਵਾਰ ਤੇ ਵੀ ਤੇ ਉਸ ਕੁੜੀ ਤੇ ਵੀ ਟਰਾਮਾ ਜਿਹੜਾ ਚੱਲਦਾ ਪਿਆ। 20 ਸਾਲ ਦੀ ਕੁੜੀ ਹੈ, ਹਸਬੈਂਡ ਦੀ ਉਹਦੀ ਡੈਥ ਹੋ ਗਈ, ਠੀਕ ਹੈ ਜੀ। ਸਹੁਰਾ ਪਰਿਵਾਰ, ਬਿਆਨ, ਮੀਡੀਆ ਸਾਰਾ ਕੁਝ ਕਰਦਾ ਪਿਆ ਕਿ ਸਾਡੇ ਨਾਲ ਧੋਖਾ ਹੋ ਗਿਆ, 27 ਲੱਖ ਕਰੀ ਜਾਂਦਾ। ਤੇ 27 ਲੱਖ ਕਰਨ ਤੋਂ ਪਹਿਲਾਂ ਉਹਨਾਂ ਨੇ ਕੁੜੀ ਬਾਰੇ ਕੀ ਸੋਚਿਆ? ਉਹਨਾਂ ਦੀ ਨਹੁੰ ਹੈ, ਇੱਕਦਮ ਐਕਿਊਜ਼ੇਸ਼ਨ, ਇੱਕਦਮ ਇਲਜ਼ਾਮ ਲਾਉਣ ਤੋਂ ਬਾਅਦ ਉਸ ਕੁੜੀ ਦੇ ਬਾਰੇ, ਉਸ ਮਾਨਸਿਕ ਸਥਿਤੀ ਬਾਰੇ, ਉਹ ਕਿਤੇ ਇਕੱਲੀ ਬੈਠੀ ਹੈ, ਉਹਦੇ ਕੋਲ ਨਹੀਂ ਹੈਗਾ, ਉਹਨਾਂ ਨੇ ਕੀ ਸੋਚਿਆ? ਤੇ ਦੂਸਰੇ ਬੰਨੇ ਜਿਹੜੇ ਮੁੰਡੇ ਵਾਲੇ ਪਰਿਵਾਰ ਨੇ ਕੁੜੀ ਵਾਲੇ ਪਰਿਵਾਰ ਬਾਰੇ ਕੀ ਸੋਚਿਆ? ਜਿਨ੍ਹਾਂ ਦੀ ਲੜਕੀ ਹੈ, ਬਾਹਰ ਗਈ ਹੈ, ਤੁਹਾਡੀ ਨਹੁੰ ਹੈ, ਉਹਨਾਂ ਦੀ ਬੱਚੀ ਹੈ। ਤੇ ਮਤਲਬ ਇਹਦੇ ਵਿੱਚ ਕਮਿਊਨਿਟੀ ਜਾਂ ਸੋਸ਼ਲ ਸਾਇੰਸ ਵਾਲੀ ਕਿਹੜੀ ਗੱਲ ਹੈ ਕਿ 27 ਲੱਖ ਕਰੀ ਜਾਂਦੇ। ਮੰਨ ਲਓ ਤੁਹਾਨੂੰ ਉਹ 27 ਲੱਖ ਰੁਪਏ ਵਾਪਸ ਦੇ ਦਿੰਦੇ ਆ, ਤੇ ਕੀ ਤੁਹਾਡਾ ਘਰ ਭਰਦਾ ਹੈ? ਜਾਂ ਕੀ ਇਹ ਨਿਆਂ ਹੈਗਾ ਕਿਸੇ ਨੂੰ? ਜਾਂ ਉਹ ਕੁੜੀ ਡਿਪੋਰਟ ਹੋ ਜਾਂਦੀ, ਜਿਹੜਾ ਕਿ ਬਹੁਤ ਸਟਰੋਂਗ ਨੈਰੇਟਿਵ ਚੱਲ ਰਿਹਾ ਥੱਲੇ ਕਿ ਕੁੜੀ ਨੂੰ ਡਿਪੋਰਟ ਕਰੋ, ਕੁੜੀ ਨੂੰ ਡਿਪੋਰਟ ਕਰ ਲਓ। ਉਹਦਾ ਕਸੂਰ ਕੀ ਹੈ ਕੁੜੀ ਦਾ? 16-17 ਸਾਲ ਦੀ ਕੁੜੀ ਤੁਸੀਂ ਵਿਆਹ ਕਰਕੇ ਉਹਨੂੰ ਇੱਕ ਕੰਟਰੈਕਟ 'ਚ ਪਾ ਕੇ ਬਾਹਰ ਭੇਜ ਦਿੱਤਾ, ਉੱਥੇ ਪੜ੍ਹ ਲਿਖ ਗਈ ਹੈ, ਅਜੇ ਤੱਕ ਉਹਨੇ ਕੋਈ ਡਿਸੀਜਨ ਇੱਦਾਂ ਦਾ ਨਹੀਂ ਲਿਆ ਜਿਹਦੇ ਕਰਕੇ ਕੋਈ ਸੋਲਿਡ ਪ੍ਰੂਫ ਹੋਵੇ ਕਿ ਉਹਨੇ ਬਹੁਤ ਵੱਡਾ ਕੋਈ ਗੁਨਾਹ ਕੀਤਾ। ਹਾਂ, ਇੱਦਾਂ ਦੇ ਜਿਹੜੇ ਰੂਮਰਸ ਨੇ ਜਾਂ ਜਿਹੜੀਆਂ ਐਲੀਗੇਸ਼ਨਸ ਨੇ, ਉਹ ਤਾਂ ਵਿਆਹੇ ਬਰੇ ਬੁੱਢੇ ਬਜ਼ੁਰਗ ਜਿਹੜੇ ਬੱਚੇ, ਮਾਂ ਬੱਚੇ, ਬਾਲ ਬੱਚਿਆਂ ਵਾਲੇ ਲੋਕ ਨੇ, ਉਹਨਾਂ ਦੇ ਵੀ ਐਲੀਗੇਸ਼ਨ ਲੱਗ ਰਹੇ ਨੇ ਇੱਦਾਂ ਦੇ ਕੈਨੇਡਾ ਦੇ ਵਿੱਚ। ਜਿਹੜੇ ਕੁੜੀ ਬਾਰੇ ਐਲੀਗੇਸ਼ਨ ਲੱਗ ਰਹੇ ਨੇ ਜਾਂ ਲੱਛਣ ਲੱਗ ਰਹੇ ਨੇ, ਲਾਂਛਣ ਕਹਿੰਦੇ ਜਿਹਨੂੰ ਹਿੰਦੀ ਪੰਜਾਬੀ 'ਚ, ਜਿਹੜੇ ਉੱਤੇ ਐਕਿਊਜ਼ੇਸ਼ਨ ਲੱਗ ਰਹੇ ਨੇ, ਉਹ ਤਾਂ ਆਪਣਾ ਕੈਨੇਡਾ ਦੇ ਵਿੱਚ ਕਿਸੇ ਵੀ ਪੰਜਾਬੀ ਪਰਿਵਾਰ ਨੂੰ ਜਾ ਕੇ ਪੁੱਛ ਲਓ, ਉਹਨਾਂ ਸਾਰਿਆਂ ਦੇ ਵਿੱਚ ਪ੍ਰੋਬਲਮ ਚੱਲਦੀਆਂ ਪਈਆਂ। ਸੋ ਇੱਕ ਪਰਿਵਾਰਕ ਜਿਹੜਾ ਡਿਸਪਿਊਟ ਹੈ, ਡੋਮੈਸਟਿਕ ਡਿਸਪਿਊਟ ਹੈ, ਡੋਮੈਸਟਿਕ ਡਿਸਪਿਊਟ ਦੇ ਵਿੱਚੋਂ ਤੁਸੀਂ ਉਹਨੂੰ ਇੱਕ ਸਿਰਫ 27 ਲੱਖ ਰੁਪਈਆ, ਜਿਹੜਾ 27 ਲੱਖ ਰੁਪਏ ਦਾ ਮੁੱਦਾ ਬਣਾ ਕੇ ਖੜਾ ਕਰਤਾ। ਹੁਣ ਇਹ ਉਹ ਇੱਕ ਹੋਰ ਪਾਸੇ ਗੱਲ ਤੁਰ ਪਈ। ਇਹਦੇ ਮੁੱਦੇ ਜਿਹੜੇ ਨੇ ਉਹਨਾਂ ਦੀ ਰੂਟਸ ਵਿੱਚ ਕੋਈ ਨਹੀਂ ਜਾ ਰਿਹਾ। ਇਹ ਕਿਉਂ ਹੋ ਰਿਹਾ? ਬੇਸਿਕਲੀ ਇਹ ਇਕਨੋਮਿਕ ਪ੍ਰੋਬਲਮ ਹੈ, ਕੁੜੀ ਵੱਲੋਂ ਵੀ, ਕੁੜੀ ਦੇ ਪਰਿਵਾਰ ਵਿੱਚ ਵੀ ਇਕਨੋਮਿਕ ਪ੍ਰੋਬਲਮ ਹੈ, ਔਰ ਉਹਦੀਆਂ ਜਿਹੜੀਆਂ ਅੱਗੋਂ ਆਰਥਿਕ ਜ਼ਰੂਰਤਾਂ ਨੇ ਆਉਣ ਵਾਲੇ ਭਵਿੱਖ ਦੀਆਂ, ਉਦੋਂ ਵੇਖ ਕੇ ਮੱਦੇ ਨਜ਼ਰ ਰੱਖ ਕੇ ਲੋਕ ਇਹ ਅੱਕ ਚੱਪਦੇ ਪਏ ਆ। ਨਹੀਂ ਤਾਂ ਕੌਣ ਆ ਸਿਆਣਾ ਪਿਓ ਜਿਹੜਾ ਆਪਣੀ 16-17 ਸਾਲ ਦੀ ਕੁੜੀ ਨੂੰ ਕਹੂਗਾ ਵੀ ਤੂੰ ਵਿਆਹ ਕਰਾ ਲਾ?
ਦੂਸਰੇ ਬੰਨੇ ਮੁੰਡੇ ਵਾਲੇ ਬੰਨੇ ਵੀ ਕੋਈ ਦਿਸਦਾ ਨਹੀਂ ਪਿਆ। ਅੱਗੋਂ ਨਮੋਸ਼ੀ ਹੈ, ਅੰਧਕਾਰ ਹੈ, ਹਨੇਰਾ ਹੈ, ਤੇ ਉਸ ਹਨੇਰੇ ਵਿੱਚੋਂ ਲੋਕ ਨਿਕਲਣਾ ਚਾਹੁੰਦੇ ਨੇ। ਔਰ ਉਹ ਜਿਵੇਂ ਸਮਝ ਲਓ ਕਿ ਇੱਕ ਟਿਕਟ ਉਹ ਭਾਲਦੇ ਨੇ। ਹਰ ਕੋਈ ਬੰਦਾ ਇਸ ਟਾਈਮ ਪੰਜਾਬ ਦੇ ਵਿੱਚ ਇੱਕ ਟਿਕਟ ਭਾਲ ਰਿਹਾ। ਉੱਥੋਂ ਦੇ ਪਾਣੀਆਂ ਦਾ ਜੋ ਹਿਸਾਬ ਹੋਇਆ ਪਿਆ, ਉੱਥੋਂ ਦਾ ਬਿਜਲੀ ਦਾ ਜੋ ਹਿਸਾਬ ਹੋਇਆ ਪਿਆ, ਉੱਥੋਂ ਦਾ ਜੋ ਜ਼ਮੀਨ ਦਾ, ਖੇਤੀ ਦਾ, ਫਸਲ ਦਾ, ਪੜ੍ਹਾਈ ਦਾ, ਸੜਕਾਂ ਦਾ, ਰੁਜ਼ਗਾਰ ਦਾ, ਪੋਲੀਟੀਕਲ ਬਿਊਰੋਕਰੇਸੀ, ਜਿਹੜੀ ਹੈਗੀ ਕਰਪਸ਼ਨ ਦਾ, ਪਟਵਾਰੀ ਤੋਂ ਲੈ ਕੇ ਥੱਲੋਂ ਤੱਕ, ਕਾਨੂੰਨਗੋ ਨੰਬਰਦਾਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਜੋ ਹਾਲ ਹੋਇਆ ਪਿਆ, ਆਲਮੋਸਟ ਸਮ ਇੰਟੈਲੈਕਚੁਅਲ ਸੇਇੰਗ ਇਜ਼ ਅ ਫੇਲਡ ਸਟੇਟ। ਸੋ ਉੱਥੋਂ ਨਿਕਲਣ ਵਾਸਤੇ ਲੋਕ ਹੱਥ ਪੈਰ ਮਾਰ ਰਹੇ ਆ, ਤੇ ਜੋ ਵੀ ਉਹਨਾਂ ਨੂੰ ਭਾਲਦਾ, ਜੋ ਵੀ ਉਹਨਾਂ ਨੂੰ ਲੱਗਦਾ ਉਹ ਕਰਦੇ ਪਏ। ਉਹਦੇ ਵਿੱਚ ਇਹ ਪ੍ਰੋਬਲਮ ਵੀ ਆਉਂਦੀ ਹੈ। ਲੇਕਿਨ ਮੈਂ ਜਿਹੜੀ ਤੁਹਾਨੂੰ ਗੱਲ ਇਹ ਕਹਿਣਾ ਚਾਹੁੰਦਾ ਸੀ ਕਿ ਕੁੜੀ ਦਾ ਵੀ ਖਿਆਲ ਰੱਖਣਾ ਹਰ ਇੱਕ ਜਾਗਰੂਕ ਬੰਦੇ ਦਾ ਫਰਜ਼ ਹੁੰਦਾ, ਔਰ ਹਰ ਇੱਕ ਬੀਬੀ ਦਾ ਫਰਜ਼ ਹੁੰਦਾ ਕਿ ਉਸ ਨੂੰ ਮਾਨਸਿਕ ਤੌਰ ਤੇ ਜਿਹੜੀ ਪ੍ਰਤਾੜਨਾ ਜਾਂ ਜਿਹੜੀ ਟਰਾਮਾ ਦਿੱਤਾ ਜਾ ਰਿਹਾ ਹੈ, ਜਿਹੜਾ ਉਹਨੂੰ ਜਿਹੜੀ ਉਹ ਤੰਗ ਹੋ ਰਹੀ ਹੈ, ਉਹਦੇ ਬਾਰੇ ਅਸੀਂ ਸਮਾਜਿਕ ਤੌਰ ਤੇ ਜ਼ਿੰਮੇਵਾਰ ਹਾਂ ਸਾਰੇ ਜਣੇ। ਉਹਨੂੰ ਡਿਪੋਰਟ ਕਰਾਉਣ ਬਾਰੇ, ਜਾਂ ਉਹਨੂੰ ਬਾਰ-ਬਾਰ ਇੰਟਰਵਿਊ ਲੈਣ ਬਾਰੇ, ਜਾਂ ਉਹਦੀ ਪ੍ਰਾਈਵੇਸੀ ਨੂੰ ਰਿਸਪੈਕਟ ਨਾ ਕਰਨਾ ਵੀ ਸਾਡੇ ਆਪਣੇ ਦਿਵਾਲੀਆ ਹੋਣ ਦਾ ਇੱਕ ਸਾਈਨ ਹੈ ਕਿ ਅਸੀਂ ਉਹਨੂੰ ਕਿਸ ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਭੰਡਣਾ ਚਾਹੁੰਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਉਹਦੀ ਬੇਇੱਜ਼ਤੀ ਕਰਨਾ ਚਾਹੁੰਦੇ ਹਾਂ। ਹਰ ਬੰਦਾ ਹੀ ਆਪਣਾ ਗੁੱਸਾ ਕੱਢ ਰਿਹਾ ਉੱਤੇ ਕਿ ਹੁਣ ਇੱਕ ਮੁੱਦਾ ਮਿਲ ਗਿਆ, ਇਹਨੂੰ ਇੰਗਲਿਸ਼ ਕਹਿੰਦੇ ਜੇ ਪਿਨਿਆਟਾ ਮਿਲ ਗਿਆ, ਇਹਨੂੰ ਜਿੰਨਾ ਤੁਸੀਂ ਭੰਨਣਾ ਭੰਨੋ। ਉਹ ਬੇਅੰਤ ਕੌਰ, ਉਹਦੀ 20 ਸਾਲ ਦੀ ਉਮਰ ਆ, ਉਹਦਾ ਹਸਬੈਂਡ ਦੀ ਡੈਥ ਹੋ ਗਈ। ਹੁਣ ਅੱਗੇ ਉਹਦੇ ਕੋਲ ਕੀ ਫਿਊਚਰ ਦੇ ਵਿੱਚ ਕਿ ਉਹ ਸਾਰੀ ਉਮਰ ਜਿਹੜੀ ਹੈਗੀ ਆ ਇਵੇਂ ਰਹੂਗੀ, ਜਾਂ ਉਹਨੂੰ ਅਗਲੇ ਜਿਹੜੇ ਨਵੇਂ ਕੋਈ ਅਸਾਰ ਬਣਦੇ ਨੇ ਉਹਨੂੰ ਉਹਦਾ ਮੁੜ ਵਸੇਵਾ ਜਿਹੜਾ ਕਰਾਉਣਾ ਹੈ, ਰੀਹੈਬਿਲਿਟੇਸ਼ਨ ਕਰਾਉਣੀ ਹੈ, ਉਹਦੀ ਦੇਖ ਰੇਖ ਕਰਨੀ ਹੈ, ਇੰਡੀਆ 'ਚ ਹੋਵੇ ਜਾਂ ਭਾਵੇਂ ਕੈਨੇਡਾ 'ਚ ਹੋਵੇ, ਦੇਸ਼ ਦਾ ਕੋਈ ਮਤਲਬ ਨਹੀਂ ਵੀ ਉਹਦੇ ਬਾਰੇ ਸਾਡੀ ਸੁਸਾਇਟੀ ਦਾ ਕੀ ਪਲਾਨ ਹੈ। ਪਰਿਵਾਰ ਦੀ ਰੀਹੈਬਿਲਿਟੇਸ਼ਨ, ਸਹੁਰੇ ਦੋਵਾਂ ਪਰਿਵਾਰਾਂ, ਤੇ ਜਿਹੜੀ ਕੁੜੀ ਦੀ ਰੀਹੈਬਿਲਿਟੇਸ਼ਨ। ਮੁੰਡਾ ਚਲਾ ਗਿਆ, ਵਾਪਸ ਨਹੀਂ ਆ ਸਕਦਾ। ਹਰ ਘਰ 'ਚ ਬਹੁਤ ਸਾਰੇ ਮੁੰਡੇ ਹੋਰ ਵੀ ਕਈ ਕਾਰਨਾਂ ਕਰਕੇ ਚਲੇ ਗਏ ਹੋਣੇ ਨੇ, ਕੁੜੀਆਂ ਵੀ ਚਲੀਆਂ ਹੋਣੀਆਂ ਨੇ, ਸਟੂਡੈਂਟ ਵੀ ਸੁਸਾਈਡ ਕਰ ਰਹੇ ਨੇ, ਟੀਚਰ ਵੀ ਸੁਸਾਈਡ ਕਰ ਰਹੇ ਨੇ, ਔਰ ਵੱਡੇ ਵੱਡੇ ਅਫਸਰ ਸੁਸਾਈਡ ਕਰਦੇ ਪਏ ਨੇ। ਵੀ ਆਰ ਗੋਇੰਗ ਥਰੂ ਅ ਟਫ ਟਾਈਮ, ਤੇ ਸਾਨੂੰ ਸਾਰਿਆਂ ਨੂੰ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਲਿੰਚਿੰਗ ਜਿਹੜੀ ਹੈਗੀ ਹੈ, ਮੌਬ ਲਿੰਚਿੰਗ ਨਾ ਕਰੋ। ਕੱਲ ਨੂੰ ਤੁਹਾਡਾ ਵੀ ਕੁਛ ਨਾ ਕੁਛ ਸਾਹਮਣੇ ਆ ਜਾਊਗਾ, ਫਿਰ ਤੁਸੀਂ ਲੋਕਾਂ ਨੂੰ ਕਹੋਗੇ ਸਾਡੀਆਂ ਵੀਡੀਓ ਕਿਉਂ ਪਾਤੀਆਂ, ਸਾਡਾ ਕੁਛ ਕਰਤਾ। ਤੇ ਇਸ ਕਰਕੇ ਕੁਛ ਲੋਕ ਵਿੱਚੋਂ ਸਿਆਣੀ ਗੱਲਾਂ ਵੀ ਕਰਦੇ ਪਏ ਨੇ, ਇਹ ਨਹੀਂ ਕਿ ਸਾਰੇ ਹੀ ਜਿਹੜੇ ਉਹ ਮਤਲਬ ਮਾੜਾ ਬੋਲਦੇ ਪਏ ਨੇ। ਲੇਕਿਨ ਉਸ ਕੁੜੀ ਨੂੰ ਵੱਟੇ ਨਾ ਮਾਰੋ, ਉਹਨੂੰ ਇੱਕ ਜਿਵੇਂ ਕਈ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਚੁਰਾਏ 'ਚ ਖਿਲਾਰ ਕੇ ਵੱਟੇ ਮਾਰਦੇ ਨੇ, ਇਵੇਂ ਨਾ ਮਾਰੋ, ਚੁਰਾਏ 'ਚ ਨਾ ਖਿਲਾਰੋ ਉਹਨੂੰ। ਇਹ ਵੇਖੋ ਕਿ ਹੁਣ ਇਹਦੇ 'ਚ ਜਿੰਨਾ ਨੁਕਸਾਨ ਹੋ ਚੁੱਕਾ ਹੈ, ਉਹ ਨੁਕਸਾਨ ਨੂੰ ਰੋਕਣਾ ਕਿਵੇਂ। ਇਹੀ ਸਿਆਣੇ ਬੰਦੇ ਦਾ ਫਰਜ਼ ਹੁੰਦਾ, ਸਿਆਣੀ ਸੋਚ ਦਾ ਹੀ ਫਰਜ਼ ਹੁੰਦਾ ਕਿ ਜਿਹੜਾ ਨੁਕਸਾਨ ਹੋ ਚੁੱਕਾ ਉਹਨੂੰ ਆਪਾਂ ਹੋਰ ਵਧਣ ਤੋਂ ਕਿਵੇਂ ਰੋਕਣਾ। ਔਰ ਇਸ ਬਾਰੇ ਜਿਹੜੀਆਂ ਕਮਿਊਨਿਟੀਜ਼ ਨੇ, ਕਮਿਊਨਿਟੀਜ਼ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਫੰਡ ਇਕੱਠੇ ਕਰਦੀਆਂ ਨੇ, ਔਰ ਬਹੁਤ ਵਾਰੀ ਉਹਨਾਂ ਕਮਿਊਨਿਟੀ ਆਰਗੇਨਾਈਜੇਸ਼ਨਾਂ ਨੇ ਮਦਦ ਵੀ ਕੀਤੀ ਹੈ ਬਹੁਤ ਸਾਰੇ ਲੋਕਾਂ ਦੀ। ਉਹਨਾਂ ਦੇ ਵਿੱਚ ਵੀ ਕਮੇਟੀਆਂ ਬਣੀਆਂ ਹੋਣੀਆਂ ਚਾਹੀਦੀਆਂ ਨੇ, ਲੋਕਲ ਕਮੇਟੀਆਂ, ਜਿਹੜੇ ਇਹੋ ਜਿਹੇ ਮੁੱਦੇ ਸਟੂਡੈਂਟਸ ਨਾਲ ਰਿਲੇਟਿਡ ਜਾਂ ਜਿਹੜੇ ਅਸਥਾਈ ਨਾਗਰਿਕ ਨੇ ਉਹਨਾਂ ਨਾਲ ਰਿਲੇਟਿਡ ਮੁੱਦਿਆਂ ਦੇ ਉੱਤੇ, ਜਿਹੜੇ ਡੋਮੈਸਟਿਕ ਡਿਸਪਿਊਟ ਜਾਂ ਡੋਮੈਸਟਿਕ ਵਾਇਲੈਂਸ ਦੇ ਮੁੱਦੇ ਹੈਗੇ ਨੇ, ਉਹਨਾਂ ਦੇ ਉੱਤੇ ਵੀ ਉਹ ਸਿਰਫ ਧਨ ਨਾਲ ਨਹੀਂ ਤਾਂ ਉਹਨਾਂ ਦੇ ਮਨ ਨਾਲ ਵੀ ਕੰਮ ਕਰਨ। ਹੁਣ ਕੀ ਆਮ ਤੌਰ ਤੇ ਕੀ ਹੁੰਦਾ ਕਿ ਜ਼ਿਆਦਾਤਰ ਜਦੋਂ ਕਿਸੇ ਬੰਦੇ ਦੀ ਕੋਈ ਟ੍ਰੈਜਡੀ ਹੋ ਜਾਂਦੀ ਹੈ ਜਾਂ ਕੋਈ ਉਹਨੂੰ ਸਿੱਖ ਹੋ ਜਾਂਦਾ ਹੈ ਕੁਛ, ਤਾਂ ਆਪਾਂ ਪੈਸੇ ਦੇ ਕੇ ਆਪਣਾ ਰਾਹ ਪੈਂਦੇ ਹਾਂ। ਪੈਸੇ ਤਾਂ ਨਹੀਂ, ਹੁਣ ਆਪਣੀ ਕਮਿਊਨਿਟੀ ਨੂੰ ਲੋਕਾਂ ਦੀ ਲੋੜ ਹੈ ਜਿਹੜੇ ਅੱਗੇ ਆ ਕੇ ਉਹਨੂੰ ਸੰਭਾਲਣ। ਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕਦਮ ਲਿੰਚਿੰਗ ਸ਼ੁਰੂ ਹੋ ਜਾਂਦੀ ਹੈ, ਇਹਦੇ ਬਾਰੇ ਵੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਕਿ ਤੁਸੀਂ ਇਸ ਬਾਰੇ rather than getting views and likes and TRP and whatever that is, ਉਹਨੂੰ ਇੱਕ ਸਮਾਜਿਕ ਮੁੱਦਾ ਸਮਝ ਕੇ ਗੱਲ ਕਰੋ, ਉਹਨੂੰ ਇੱਕ ਇੰਡੀਵਿਜੂਅਲ ਸਮਝ ਕੇ ਨਾ ਗੱਲ ਕਰੋ। ਜੇ ਤੁਸੀਂ ਬੰਦੇ ਨੂੰ ਅਟੈਕ ਕਰਦੇ ਪਏ ਜੇ ਨਾ, ਜਾਂ ਔਰਤ ਨੂੰ ਅਟੈਕ ਕਰਦੇ ਪਏ ਜੇ, ਤੁਸੀਂ ਬੇਸਿਕਲੀ ਪ੍ਰੋਬਲਮ ਨੂੰ ਪਾਸੇ ਕਰਦੇ ਪਏ ਜੇ, ਪ੍ਰੋਬਲਮ ਉੱਥੇ ਦੀ ਉੱਥੇ ਖੜੀ ਹੈ ਫਿਰ। ਸੋ ਲੈਟਸ ਸੈਪਰੇਟ the problem from the person.
ਜਿਹੜੀ ਕੁੜੀ ਨਾਲ ਸਾਨੂੰ ਜ਼ਿਆਦਾ ਦਿੱਕਤ ਹੈ, ਉਹ ਦਿੱਕਤ ਸਾਨੂੰ ਪ੍ਰੋਬਲਮ ਨਾਲ ਹੈ, ਕੁੜੀ ਨਾਲ ਨਹੀਂ ਹੈ। ਉਹ ਤਾਂ ਕਰੈਕਟਰ ਬਣ ਗਿਆ ਇੱਕ, ਉਹ ਤਾਂ ਕਰੈਕਟਰ ਹੈ ਸਾਨੂੰ, ਜਿਸ ਨਾਲ ਅਸੀਂ ਜਿਸ ਦੇ ਥਰੂ ਅਸੀਂ ਇਸ ਸਾਰੇ ਪ੍ਰੋਗਰਾਮ ਨੂੰ ਦੇਖਿਆ। ਸੋ ਕਰੈਕਟਰ ਨਾਲ ਹੇਟ ਨਾ ਕਰੋ, ਸਟੋਰੀ ਨਾਲ, ਨੈਰੇਟਿਵ ਨਾਲ ਹੇਟ ਕਰੋ। ਔਰ ਹੇਟ ਵੀ ਕਿਉਂ ਕਰਨੀ ਹੈ, ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਕਿ ਇਹਦਾ ਸੋਲੂਸ਼ਨ ਕੀ ਹੋ ਸਕਦਾ। ਬਾਕੀ ਇਹਨੂੰ ਤਾਂ ਤੁਸੀਂ ਲੱਸੀ ਤਰ੍ਹਾਂ ਜਿੰਨਾ ਮਰਜ਼ੀ ਵਧਾ ਲਓ, ਅੱਜ ਇਹ ਮੁੱਦਾ ਹੈ, ਕੱਲ੍ਹ ਉਹ ਮੁੱਦਾ ਹੈ। ਔਰ ਆਪਣੀਆਂ ਸਰਕਾਰਾਂ ਦਾ, ਆਪਣੇ ਪੋਲੀਟੀਕਲ ਲੀਡਰਸ ਦਾ ਤਾਂ ਇਹੀ ਕੰਮ ਹੈ ਕਿ ਇਹਨਾਂ ਨੂੰ ਕੋਈ ਨਾ ਕੋਈ ਮੁੱਦਾ ਜਿਹੜਾ ਹੈਗਾ ਉਹ ਦੇ ਕੇ ਭੜਕਾਈ ਛੱਡੋ। ਸੋ ਇਹਦੇ 'ਚ ਜਿਹੜੀ ਪ੍ਰੋਬਲਮ ਹੈ ਉਹਨੂੰ ਪਰਸਨ ਤੋਂ ਸੈਪਰੇਟ ਕਰਕੇ ਤੇ ਫਿਰ ਵੇਖੋ ਧਿਆਨ ਨਾਲ ਕਿ ਜੇ ਤੁਹਾਡੀ ਬੱਚੀ ਹੋਵੇ, ਉਹ ਇਸ ਪ੍ਰੋਸੈਸ 'ਚੋਂ ਲੰਘੀ ਹੋਵੇ, ਤੇ ਫਿਰ ਤੁਸੀਂ ਕੀ ਮਹਿਸੂਸ ਕਰੋਗੇ ਜੇ ਤੁਹਾਡਾ ਸੋਸ਼ਲ ਮੀਡੀਆ ਦਾ ਜਲੂਸ ਨਿਕਲੇ। ਤੇ ਇੰਨੀਆਂ ਗੱਲਾਂ ਦੇ ਕਹਿੰਦੇ ਹੋਏ ਮੈਂ ਮਾਫੀ ਚਾਹੁੰਦਾ ਜੇ ਕੋਈ ਵੱਧ ਘੱਟ ਬੋਲਿਆ ਗਿਆ। ਮੇਰੀ ਬੇਅੰਤ ਕੌਰ ਨੂੰ ਵੀ ਪੂਰੀ ਸਪੋਰਟ ਹੈ, ਮੇਰੀ ਮੁੰਡੇ ਵਾਲਿਆਂ ਨੂੰ ਵੀ, ਪਰਿਵਾਰ ਨੂੰ ਵੀ ਪੂਰੀ ਸਪੋਰਟ ਹੈ, ਕੁੜੀ ਵਾਲਿਆਂ ਦੇ ਪਰਿਵਾਰ ਨੂੰ ਵੀ ਪੂਰੀ ਸਪੋਰਟ ਹੈ। ਇਹ ਸਾਰਿਆਂ ਨੂੰ ਇਸ ਟ੍ਰੈਜੇਡੀ ਦੇ ਵਿੱਚੋਂ ਸਪੋਰਟ ਕਰਕੇ ਕੱਢਣਾ ਆਪਣਾ ਸਭ ਸਿਰਫ ਸਿੰਗਲ ਗੱਲ ਹੋਈ ਹੈ ਮੇਰੀ ਭਤੀਜੀ ਨਾਲ, ਉਹਦੀ ਰਿਕਾਰਡਿੰਗ ਸਾਡੇ ਕੋਲੇ ਪਈ ਆ। ਉਹ 'ਚ ਵੀ ਉਹਨੇ ਕੋਈ ਰੰਗ ਨਹੀਂ ਲਾਏ ਹੋਏ, ਬੋਲਣ ਲੱਗੀ ਨੇ। ਉਹ 'ਚ ਮੇਰੀ ਭਤੀਜੀ ਨੇ ਉਹਨੂੰ ਕਲੀਅਰ ਕਿਹਾ ਵੀ ਭਾਈ ਜੇ ਤੇਰੀ ਕੋਈ ਗੱਲ ਸੀ ਸਾਨੂੰ ਦੱਸ ਦਿੰਦੀ, ਕੋਈ ਤੂੰ ਇੰਡੀਆ ਆ ਜਾਂਦੀ, ਆਪਾਂ ਬਹਿ ਕੇ ਨਿਮੇੜ ਲੈਂਦੇ। ਉਹਨੇ ਕਿਸੇ ਗੱਲ ਨੂੰ ਹਲਕੇ ਬਸ ਰੋਈ ਗਈ ਜਾਂ ਰੋਈ ਜਾਂਦੀ ਉਹਦੇ ਵਿੱਚ, ਜਾਂ ਹਾਂਜੀ ਹੂੰ ਜੀ ਐਵੇਂ ਸਹੀ ਕਰੀ ਜਾਂਦੀ। ਇੱਥੇ ਵੀ ਉਹ ਖੁੱਲ੍ਹ ਕੇ ਨਹੀਂ ਬੋਲੀ ਵੀ ਮੈਂ ਉਹਨੂੰ ਬੁਲਾਉਣਾ ਸੀ, ਵੀ ਨਹੀਂ ਇਹ ਲਾਡੀ ਗਲਤ ਕਦਮ ਚੱਕ ਗਿਆ, ਵੀ ਮੈਂ ਲਾਡੀ ਖਾਤਰ ਸਟੈਂਡ ਕਰਦੀ ਸੀ। ਕੁਛ ਨਹੀਂ ਕਿਹਾ ਹੋਇਆ ਉਹਦਾ। ਇੱਕੋ ਹੀ ਫੋਨ ਹੈ, ਦੁਬਾਰੇ ਫੋਨ ਨਹੀਂ ਸਾਨੂੰ ਆਇਆ ਉਹਦਾ ਕੋਈ ਨਾ। ਅਸੀਂ ਸਾਰੇ ਮੀਡੀਆ ਮੂਹਰੇ ਬੋਲ ਰਹੇ ਹਾਂ, ਉਹ ਕੁੜੀ ਨੇ ਅਜੇ ਤੱਕ ਕਿਸੇ ਮੀਡੀਆ ਨੂੰ ਕੋਈ ਇੰਟਰਵਿਊ ਨਹੀਂ ਦਿੱਤੀ, ਕੋਈ ਉਹਨੇ ਲਾਡੀ ਦੀ ਰਿਕਾਰਡਿੰਗ ਜਾਂ ਚੈਟ ਸਾਡੇ ਸਾਹਮਣੇ ਹਜੇ ਨਹੀਂ ਆਈ, ਜਾਂ ਉਹਨੇ ਸਾਨੂੰ ਭੇਜੀ ਹੋਵੇ, ਮਤਲਬ ਕਿ ਉਹਦੀ ਨਣਦ ਨੂੰ ਭੇਜੀ ਹੋਵੇ ਵੀ ਆਹ ਦੇਖੋ ਜੀ ਲਾਡੀ ਮੇਰੇ ਨਾਲ ਹੈ। ਉਹਦੇ ਕੁਛ ਨਹੀਂ ਕੀਤਾ ਜੀ ਸਾਡੇ ਨਾਲ ਹਜੇ। ਹਾਂ, ਇਹਨਾਂ ਨਾਲੋਂ ਕੀ ਗੱਲ ਹੋ ਗਈ ਹੋਵੇ ਉਹਨਾਂ ਦੀ ਮੈਨੂੰ ਨਹੀਂ ਪਤਾ, ਪਰ ਮੇਰੇ ਨਾਲ ਕੋਈ ਗੱਲ ਨਹੀਂ ਹੈਗੀ ਕਿਸੇ ਦੀ ਨਾ। ਸਾਡੇ ਕੋਈ ਗੱਲ ਨਹੀਂ ਹੋਈ। ਉਹ ਆਏ ਜ਼ਰੂਰ ਨੇ, ਜਦੋਂ ਦਾਹ ਕਰਾਉਣੇ ਨੇ ਫੁੱਲਾਂ ਦੇ ਆਏ ਨੇ, ਉਹ ਗੱਲਬਾਤ ਕੋਈ ਨਹੀਂ ਹੋਈ। ਕਰਨਾ ਨਹੀਂ ਸੀ ਜੀ। ਜਦੋਂ ਤੱਕ ਅਸੀਂ ਮਤਲਬ ਬੇਟੇ ਦਾ ਪੋਸਟਮਾਰਟਮ ਕਰਾ ਕੇ ਸੰਸਕਾਰ ਕਰਵਾਇਆ ਹੈ, ਤਾਂ ਫੁੱਲ ਚੁਗਿਆ, ਉਦੋਂ ਤੱਕ ਸਾਨੂੰ ਕਿਸੇ ਗੱਲ ਦੀ ਨੌਲੇਜ ਨਹੀਂ ਸੀ। ਅਸੀਂ ਕਹਿੰਦੇ ਸੀ ਚਲੋ ਕੁਦਰਤੀ ਹੋ ਗਿਆ, ਕੋਈ ਭਾਣਾ ਵਾਪਰ ਗਿਆ ਹੈ। ਪਰ ਉਹਦਾ ਬਾਅਦ ਦੇ ਵਿੱਚ ਜਦੋਂ ਮਤਲਬ ਸਾਨੂੰ ਸੰਸਾ ਹੋ ਗਿਆ ਇਸ ਗੱਲ ਦਾ ਵੀ ਮਤਲਬ ਕੀ ਭਾਣਾ ਵਾਪਰਿਆ ਹੈ, ਉਸ ਟਾਈਮ ਤੋਂ ਬਾਅਦ ਜਦੋਂ ਉਹਦਾ ਫੋਨ ਖਲਾਇਆ, ਉਹਦਾ ਕੋਈ ਫੋਨ ਵੀ ਲੌਕ ਸੀ। ਆਮ ਤੌਰ 'ਤੇ ਫੋਨ ਬੱਚਿਆਂ ਦੇ ਲੌਕ ਹੁੰਦੇ ਨੇ, ਉਹਦੇ ਯਾਰਾਂ ਦੋਸਤਾਂ ਤੋਂ ਪਤਾ ਕਰਕੇ ਉਹਦਾ ਲੌਕ ਖੋਲ੍ਹ ਕੇ ਜਦੋਂ ਉਹਦੀ ਚੈਟ ਪੜ੍ਹੀ ਹੈ, ਉਹ ਚੈਟ ਦੇ ਵਿੱਚ ਹੈ ਉਹ ਸ਼ਰੇਆਮ ਆਪਦੀ ਮੈਸੇਜ ਨੂੰ ਕਹਿ ਰਿਹਾ ਵੀ ਮੈਂ ਸੁਸਾਈਡ ਕਰਾਂ। ਨਹੀਂ, ਸੁਸਾਈਡ ਤਾਂ ਭਾਜੀ 10 ਥਾਂ ਲਿਖਿਆ ਘੱਟੋ ਘੱਟ ਉਹਨੇ। ਅੱਛਾ ਜੀ। ਉਹ ਸੁਸਾਈਡ ਤਾਂ ਮਤਲਬ ਨੀਅਰ ਅਬਾਊਟ 2000 ਦੇ ਸੂਰਜ ਵੀ ਲਿਖਿਆ ਪਿਆ ਹੈਗਾ, ਜਿੱਥੇ ਉਹ ਕਹਿ ਰਿਹਾ ਨਾ ਉਹਦੀ ਮੈਸੇਜ ਨੂੰ ਵੀ ਆਪਣੇ ਦੋਨਾਂ ਦੇ ਘਰ ਖਰਾਬ ਹੋਣਗੇ, ਉੱਥੇ ਮਤਲਬ ਉਹਨੇ ਲਿਖਿਆ ਵੀ ਮੈਂ ਸੁਸਾਈਡ ਕਰ ਜੂ। ਇਦੋਂ ਵੱਧ ਵੀਰ ਜੀ ਹੋਰ ਕੀ ਹੋ ਸਕਦਾ? ਸਾਡਾ ਬੱਚਾ ਇੱਥੋਂ ਤੁਰ ਗਿਆ, ਸਾਨੂੰ ਜਨਾਨੀ ਹੋਰ ਕਿਸੇ ਦੇ ਰਿਲੇਸ਼ਨ ਵਿੱਚ ਆ, ਉੱਥੇ ਰਿਲੇਸ਼ਨ 'ਚ ਵੀਰੇ ਕਿਸੇ ਮੁੰਡੇ ਨਾਲ ਰਿਲੇਸ਼ਨ 'ਚ ਰਹਿੰਦੀ, ਸਾਨੂੰ ਕੋਈ ਮਤਲਬ ਨਹੀਂ ਯਾਰ। ਸਾਡੇ ਮੁੰਡੇ ਨੂੰ ਤੋੜ ਕੇ ਜਵਾਬ ਦੇ ਦਿੰਦੀ, ਅਸੀਂ ਇੱਥੇ ਦੁਬਾਰੇ ਵਿਆਹ ਲੈਂਦੀ, ਸਾਨੂੰ ਕੀ ਸੀਗਾ? ਸਾਡਾ ਮੁੰਡਾ ਤਾਂ ਨਾ ਮਰਵਾਉਂਦੀ, ਉਹਨੂੰ ਇੱਕ ਸਾਈਡ ਦਾ ਕਰ ਦਿੰਦੀ। ਉਹਨੇ ਲਿਖਿਆ ਵੀਰ ਜੀ, ਬਾਰ-ਬਾਰ ਲਿਖਿਆ ਵੀ ਜੇਕਰ ਤੂੰ ਮੈਨੂੰ ਨਹੀਂ ਲਿਜਾਣਾ ਚਾਹੁੰਦੀ, ਤੇਰੀ ਕਿਸੇ ਨਾਲ ਹੋਰ ਗੱਲਬਾਤ ਹੈ, ਮੈਂ ਤੁਹਾਡੀ ਦਖਲ-ਅੰਦਾਜ਼ੀ ਨਹੀਂ ਕਰਦਾ ਤੁਹਾਡੀ ਜ਼ਿੰਦਗੀ 'ਚ। ਬਿਲਕੁਲ ਸਪਸ਼ਟ ਕੀਤਾ ਹੋਇਆ ਜੀ ਉਹਦੀ ਆਪਦੀ ਮਤਲਬ ਚੈਟ ਦੇ ਵਿੱਚ। ਮੈਨੂੰ ਇੱਕ ਵਾਰੀ ਕੈਨੇਡਾ ਬੁਲਾ ਦੇ, ਮੈਂ ਆਪਦੇ ਯਾਰਾਂ ਦੋਸਤਾਂ ਨੂੰ ਕਹਿਣ ਜੋਗਾ ਹੋ ਜੂ ਵੀ ਮੈਂ ਹਾਂ ਕੈਨੇਡਾ ਪਹੁੰਚ ਗਿਆ। ਕਿੱਲਾ ਗਹਿਣੇ ਕਰਿਆ ਜੀ। ਬਾਕੀ ਮੇਰੇ ਭਣੋਈਏ ਤੋਂ ਲੱਤਾ ਜੀ, ਮੇਰਾ ਸਹੁਰੇ ਬੈਠੇ ਇਹਨਾਂ ਤੋਂ ਲੱਤੇ 4 ਲੱਖ ਰੁਪਏ। ਸਾਰੇ ਰਿਸ਼ਤੇਦਾਰਾਂ ਦੇ ਕਰਜਾਈ ਅਸੀਂ A to Z ਰਿਸ਼ਤੇਦਾਰਾਂ ਦੇ ਅਸੀਂ ਕਰਜਾਈਆਂ ਜੀ। ਹਰੇਕ ਰਿਸ਼ਤੇਦਾਰ ਚਾਹੇ ਕਿਸੇ ਦਾ 50,000 ਦੇਣਾ ਸੀ ਦੇਣਾ, ਸਭ ਤੋਂ ਇਕੱਠੇ ਕਰਕੇ ਜੀ। ਤੁਹਾਡੇ ਵਾਲੀ ਗੱਲ 5 ਕਿੱਲੇ ਵਾਲਾ ਬੰਦਾ ਇੰਨਾ ਕਿੱਥੋਂ ਪੈਸੇ ਲੈ ਲੂ ਜੀ? 5 ਕਿੱਲੇ ਵਾਲਾ ਬੰਦਾ, ਹੁਣ ਮੇਰਾ ਇੱਕੋ ਹੀ ਬੇਟਾ ਹੈਗਾ, ਮੇਰੇ ਕੋਲੇ ਬੈਂਕ ਬੈਲੈਂਸ ਕੁਝ ਨਹੀਂ ਹੈਗਾ। ਜਿੰਨੇ ਫਸਲ ਇਹਦੀ ਜਿੰਨੀ ਜ਼ਮੀਨ ਮੇਰੇ ਕੋਲੇ ਕਮਾਉਣੇ ਆ, ਖਰਚੇ ਹੋ ਜਾਂਦੇ ਨੇ, ਉਹਨੇ ਮਹਿੰਗਾਈ ਹੈ। ਬਿਲਕੁਲ 20-25 ਲੱਖ ਰੁਪਇਆ ਇਕੱਠਾ ਕਰਨਾ ਸੌਖਾ ਥੋੜੀ ਹੈ ਜੀ। ਅੱਗੇ ਵੀ ਜੀ ਦਰਖਾਸਤ ਦਿੱਤੀ ਐਸੇ ਐਸਐਸਪੀ ਸਾਹਿਬ ਨੂੰ, ਸਾਰਾ ਡਾਟਾ ਲਾ ਕੇ ਉਹਦੇ ਵਿੱਚ ਜੋ ਅਸੀਂ ਪੈਸਾ ਭਰਿਆ, ਜੋ ਵਿਆਹ ਦੇ ਸਾਡਾ ਡਾਕੂਮੈਂਟ ਹੈ, ਜੋ ਚੈਟ ਆ ਬੇਟੇ ਦੀ, ਉਹ ਵੀ ਅਸੀਂ ਸਾਰੀ ਕੱਢ ਕੇ ਫੋਟੋ ਸਟੇਟ ਨਾਲ ਲਾ ਕੇ ਦਿੱਤੀ ਹੈ ਵੀ ਸਾਡਾ ਮੁਕੱਦਮਾ ਦਰਜ ਕੀਤਾ ਜਾਵੇ। ਲੇਕਿਨ ਫਿਲਹਾਲ ਅਜੇ ਕੋਈ ਕਾਰਵਾਈ ਨਹੀਂ ਹੋਈ। ਉਹਦੀ ਇਨਕੁਆਇਰੀ ਆ, ਉਹ ਕਹਿੰਦੇ ਵੀ ਅਸੀਂ ਦੀ ਪੜਤਾਲ ਕਰਕੇ ਮੁਕੱਦਮਾ ਦਰਜ ਕਰ। ਕਾਰਵਾਈ ਤਾਂ ਅਸੀਂ ਇਹੀ ਚਾਹੁੰਦੇ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੜਕੀ। ਹਾਂ, ਉਹਦੇ ਪਰਿਵਾਰ ਦੀ ਮਿਲੀ ਭੁਗਤਾਂ, ਉਹਦੀ ਮਾਤਾ ਦੀ ਮਿਲੀ ਭੁਗਤਾਂ ਨੂੰ ਸਾਰਾ ਪਤਾ ਹੈ। ਇਹੀ ਗੱਲ ਇਹ ਵੀ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਰਿਪੋਰਟ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਹੋਰ ਕੁੜੀਆਂ ਨੂੰ ਨਸੀਹਤ ਮਿਲ ਜਾਏ, ਕਿਸੇ ਦਾ ਹੋਰ ਨਾ ਬੱਚਾ ਮਰੇ। ਮੇਨ ਪ੍ਰੋਬਲਮ ਇਹ ਹੈ ਵੀ ਦੇਖੋ ਬੱਚੇ ਤਾਂ ਬਹੁਤ ਜਾ ਰਹੇ ਨੇ, ਜਾਂ ਵੀ ਲੜਕਿਆਂ ਦੇ ਥਰੂ ਜਾ ਰਹੇ ਨੇ, ਵੀ ਕੱਲ੍ਹ ਨੂੰ ਜੇ ਇਹ ਵਾਪਸ ਆਉਂਦੀ ਹੈ, ਡਿਪੋਰਟ ਹੁੰਦੀ ਹੈ, ਤਾਂ ਲੋਕਾਂ ਨੂੰ ਪਤਾ ਲੱਗੇ, ਮਤਲਬ ਹੋਰ ਕੁੜੀਆਂ ਨੂੰ ਵੀ ਕੰਨ ਹੋਣ, ਕਿਸੇ ਦਾ ਘਰ ਨਾ ਖਰਾਬ